जैसी मैं आवे खसम की बाणी, जैसी मैं आवे खसम की बाणी। जैसी मैं आवे खसम की बाणी, जैसी मैं आवे खसम की बाणी। तैसड़ा करी ज्ञान वे लालो, तैसड़ा करी ज्ञान वे लालो। तैसड़ा करी ज्ञान विलालो, तैसड़ा करी ज्ञान विलालो। पाप की जांज ले काबलों ताया, पाप की जांज ले काबलों ताया। पाप की जंजल काबलो ताया, पाप की जंजल काबलो ताया। जोरी मंगे दान वे लालो, जोरी मंगे दान वे लालो। जोरी मंग दान विलालो, जोरी मंग दान विलालो। शर्म धर्म दोए छप खलोए, शर्म धर्म दोए छप खलोए। शर्म धर्म दोए छप खलोए, शर्म धर्म दोए छप खलोए। कूड़ फिरै प्रधान वे लालो, कूड़ फिरै प्रधान वे लालो। कूड़ फिरै प्रधान विलालो, कूड़ फिरै प्रधान विलालो। काजियां बामणा की गल थकी, काजियां बामणा की गल थकी। काजियां बामणा की गल थकी, काजियां बामणा की गल थकी। अगद पड़े शैतान वे लालो, अगद पड़े शैतान वे लालो। अगद पड़े शैतान विलालो, अगद पड़े शैतान विलालो। बोले सो निहाल। सतਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਗੁਰੂ ਪਿਆਰਿਓ ਜਿਹੜਾ ਸ਼ਬਦ ਆ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਵੇਂ ਦੇ ਟੋਟਲ 4 ਸ਼ਬਦ ਹਨ। ਇਹ ਉਸ ਵੇਲੇ ਦਾ ਸ਼ਬਦ ਆ ਜਦੋਂ ਬਾਬਰ ਨੇ ਹਿੰਦੁਸਤਾਨ ਦੇ ਉੱਤੇ ਹਮਲਾ ਕੀਤਾ ਅਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਦੋਂ ਜਿਵੇਂ ਦੇ ਹਾਲਾਤ ਸਨ ਉਹਨਾਂ ਦਾ ਇਸ ਸ਼ਬਦ ਦੇ ਵਿੱਚ ਜ਼ਿਕਰ ਕੀਤਾ ਹੈ। ਅਤੇ ਜੇ ਕੰਪੈਰੀਜ਼ਨ ਕਰਕੇ ਵੇਖੀਏ ਹਾਲਾਤ ਅੱਜ ਦੇ ਵੀ ਜਿਹੜੇ ਉਵੇਂ ਦੇ ਹੀ ਹਨ ਜਿਵੇਂ ਦੇ ਉਦੋਂ ਸੀ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਹੇ ਭਾਈ ਲਾਲੋ, ਕਿਉਂਕਿ ਜਿਹੜਾ ਭਾਈ ਲਾਲੋ ਸੀ ਉਹ ਐਮਨਾਬਾਦ ਪਿੰਡ ਦਾ ਰਹਿਣ ਵਾਲਾ ਸੀ। ਐਮਨਾਬਾਦ ਦਾ ਦੂਸਰਾ ਨਾਮ ਸੈਦਪੁਰ ਵੀ ਸੀ, ਉੱਥੋਂ ਦਾ ਰਹਿਣ ਵਾਲਾ ਸੀ। ਉਹਨੂੰ ਗੁਰੂ ਸਾਹਿਬ ਜੀ ਸੰਬੋਧਨ ਕਰਕੇ ਸਮਝਾਉਂਦੇ ਨੇ, ਹੇ ਭਾਈ ਲਾਲੋ, ਮੈਨੂੰ ਜਿਹੋ ਜਿਹੀ ਖਸਮ ਪ੍ਰਭੂ ਵੱਲੋਂ ਪ੍ਰੇਰਨਾ ਆਈ ਹੈ ਉਸੇ ਅਨੁਸਾਰ ਮੈਂ ਤੈਨੂੰ ਉਸ ਦੂਰ ਘਟਨਾ ਦੀ ਵਾਕਫੀਅਤ ਦਿੰਦਾ ਹਾਂ ਜੋ ਇਸ ਸ਼ਹਿਰ ਸੈਦਪੁਰ ਵਿੱਚ ਵਾਪਰੀ ਹੈ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਇਹਦੇ ਵਿੱਚ ਜ਼ਿਕਰ ਆਇਆ ਹੈ ਵਿਆਹ ਦੇ ਸਮੇਂ ਲੜਕੀ ਵਾਲੇ ਦੇ ਘਰ ਮੁੰਡੇ ਵਾਲੇ ਜੰਜ ਬਣਾ ਕੇ ਆਉਂਦੇ ਹਨ, ਖੁਸ਼ੀ ਦੇ ਗੀਤ ਗਾਏ ਜਾਂਦੇ ਹਨ। ਹਿੰਦੂਆਂ ਦਾ ਵਿਆਹ ਬ੍ਰਾਹਮਣ ਅਤੇ ਮੁਸਲਮਾਨਾਂ ਦਾ ਕਾਜੀ ਪੜ੍ਹਾਉਂਦਾ ਹੈ। ਹਿੰਦੂ ਕੰਨਿਆ ਦਾਨ ਕਰਦੇ ਹਨ, ਦਾਨ ਦੇ ਤੌਰ 'ਤੇ ਕੰਨਿਆ ਭੇਟ ਕਰਦੇ ਹਨ। ਉਸ ਸੁਹਾਵਣੇ ਸਮੇਂ ਜਾਂਜੀਆਂ ਉੱਤੇ ਕੇਸਰ ਛਿੜਕਿਆ ਜਾਂਦਾ ਹੈ। ਵਿਆਹ ਦਾ ਇਹ ਦ੍ਰਿਸ਼ਟਾਂਤ ਦੇ ਕੇ ਗੁਰੂ ਨਾਨਕ ਦੇਵ ਜੀ ਇਸ ਸ਼ਬਦ ਦੇ ਰਾਹੀਂ ਦੱਸਦੇ ਨੇ ਕਿ ਬਾਬਰ ਕਾਬਲ ਤੋਂ ਫੌਜ ਲੈ ਕੇ ਚੜ੍ਹਿਆ, ਮਾਨੋ ਪਾਪ ਜ਼ੁਲਮ ਦੀ ਜੰਜ ਲੈ ਕੇ ਹਿੰਦ ਦੀ ਹਕੂਮਤ ਰੂਪੀ ਲਾੜੀ ਵਿਆਹੁਣ ਆਇਆ। ਬਾਬਰ ਦੇ ਫੌਜੀਆਂ ਨੇ ਸੈਦਪੁਰ ਐਮਨਾਬਾਦ ਦੀਆਂ ਇਸਤਰੀਆਂ ਦੀ ਬਹੁਤ ਬੇਪੱਤੀ ਕੀਤੀ। ਇਹ ਮਾਨੋ ਕਾਜੀ ਅਤੇ ਬ੍ਰਾਹਮਣਾਂ ਦੇ ਥਾਂ ਸ਼ੈਤਾਨ ਵਿਆਹ ਪੜ੍ਹਾ ਰਿਹਾ ਸੀ। ਕਤਲਾਮ ਨਾਲ ਸ਼ਹਿਰ ਦੀਆਂ ਗਲੀਆਂ ਬਾਜ਼ਾਰਾਂ ਵਿੱਚ ਲਹੂ ਹੀ ਲਹੂ ਸੀ। ਇਹ ਮਾਨੋ ਖੂਨੀ ਵਿਆਹ ਵਿੱਚ ਕੇਸਰ ਛਿੜਕਿਆ ਜਾ ਰਿਹਾ ਸੀ। ਵਿਆਹਾਂ ਦੇ ਖੁਸ਼ੀ ਦੇ ਸੋਹਲਿਆਂ ਦੇ ਥਾਂ ਖੂਨ ਦੇ ਸੋਹਲੇ ਗਾਏ ਜਾ ਰਹੇ ਸਨ। ਹਰ ਪਾਸੇ ਮੌਤ ਦੇ ਕਾਰਨ ਵੈਣ ਹੀ ਵੈਣ ਪੈ ਰਹੇ ਸਨ। ਬਾਬਰ ਕਾਬਲ ਤੋਂ ਫੌਜ ਜੋ ਮਾਨੋ ਪਾਪ ਜ਼ੁਲਮ ਦੀ ਜੰਜ ਹੈ ਇਕੱਠੀ ਕਰਕੇ ਆ ਚੜ੍ਹਿਆ ਹੈ ਅਤੇ ਜ਼ੋਰ ਧੱਕੇ ਨਾਲ ਹਿੰਦ ਦੀ ਹਕੂਮਤ ਰੂਪ ਕੰਨਿਆ ਦਾਨ ਮੰਗ ਰਿਹਾ ਹੈ। ਸ਼ਰਮ ਧਰਮ ਦੋਏ ਛਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਸੈਦਪੁਰ ਵਿੱਚੋਂ ਹਿਆ ਅਤੇ ਧਰਮ ਦੋਵੇਂ ਲੋਪ ਹੋ ਚੁੱਕੇ ਹਨ। ਝੂਠ ਹੀ ਝੂਠ ਚੌਧਰੀ ਬਣਿਆ ਫਿਰਦਾ ਹੈ। ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜ੍ਹੈ ਸ਼ੈਤਾਨ ਵੇ ਲਾਲੋ।
ਬਾਬਰ ਦੇ ਸਿਪਾਹੀਆਂ ਵੱਲੋਂ ਸੈਦਪੁਰ ਦੀਆਂ ਇਸਤਰੀਆਂ ਉੱਤੇ ਇਤਨੇ ਅਤਿਆਚਾਰ ਹੋ ਰਹੇ ਹਨ ਕਿ ਮਾਨੋ ਸ਼ੈਤਾਨ ਇਸ ਸ਼ਹਿਰ ਵਿੱਚ ਵਿਆਹ ਪੜਾ ਰਿਹਾ ਹੈ ਤੇ ਕਾਜ਼ੀਆਂ ਤੇ ਬ੍ਰਾਹਮਣਾਂ ਦੀ ਸਾਊਆਂ ਵਾਲੀ ਮਰਿਆਦਾ ਮੁੱਕ ਚੁੱਕੀ ਹੈ। ਮੁਸਲਮਾਨੀਆਂ ਪੜ੍ਹੇ ਕਿਤਾਬਾਂ ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ। ਮੁਸਲਮਾਨ ਔਰਤਾਂ ਵੀ ਇਸ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਹਨ, ਜੋ ਇਸ ਵਿਪਤਾ ਵਿੱਚ ਆਪਣੀ ਧਰਮ ਪੁਸਤਕ ਕੁਰਾਨ ਦੀਆਂ ਆਇਤਾਂ ਪੜ੍ਹ ਰਹੀਆਂ ਹਨ ਤੇ ਖੁਦਾ ਅੱਗੇ ਪੁਕਾਰ ਕਰ ਰਹੀਆਂ ਹਨ। ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਵੀ ਲੇਖੈ ਲਾਏ ਵੇ ਲਾਲੋ। ਉੱਚੀਆਂ ਜਾਤਾਂ ਦੀਆਂ, ਨੀਵੀਆਂ ਜਾਤਾਂ ਦੀਆਂ ਤੇ ਹੋਰ ਵੀ ਸਭ ਹਿੰਦੂ ਇਸਤਰੀਆਂ, ਇਹਨਾਂ ਸਾਰੀਆਂ ਉੱਤੇ ਹੀ ਅਤਿਆਚਾਰ ਹੋ ਰਹੇ ਹਨ। ਖੂਨ ਕੇ ਸੋਹਲੇ ਗਾਵੀਐ ਨਾਨਕ ਰਤ ਕਾ ਕੁੰਗੂ ਪਾਏ ਵੇ ਲਾਲੋ। ਹੇ ਨਾਨਕ, ਇਸ ਖੂਨੀ ਵਿਆਹ ਵਿੱਚ ਸੈਦਪੁਰ ਨਗਰ ਦੇ ਅੰਦਰ ਹਰ ਪਾਸੇ ਵਿਰਲਾਪ ਹੋ ਰਹੇ ਹਨ ਤੇ ਲਹੂ ਦਾ ਕੇਸਰ ਛਿੜਕਿਆ ਜਾ ਰਿਹਾ ਹੈ। ਸਾਹਿਬ ਕੇ ਗੁਣ ਨਾਨਕ ਗਾਵੈ ਮਾਸਪੁਰੀ ਵਿੱਚ ਆਖ ਮਸੋਲਾ। ਸੈਦਪੁਰ ਦੀ ਕਤਲਾਮ ਦੀ ਇਹ ਦੁਰਘਟਨਾ ਬੜੀ ਭਿਆਨਕ ਹੈ, ਪਰ ਇਹ ਵੀ ਠੀਕ ਹੈ ਕਿ ਜਗਤ ਵਿੱਚ ਸਭ ਕੁਝ ਮਾਲਕ ਪ੍ਰਭੂ ਦੀ ਰਜ਼ਾ ਵਿੱਚ ਹੋ ਰਿਹਾ ਹੈ। ਇਸ ਵਾਸਤੇ ਲੋਥਾਂ ਭਰੇ ਇਸ ਸ਼ਹਿਰ ਵਿੱਚ ਬੈਠ ਕੇ ਵੀ ਨਾਨਕ ਉਸ ਮਾਲਕ ਪ੍ਰਭੂ ਦੇ ਗੁਣ ਹੀ ਗਾਉਂਦਾ ਹੈ। ਜਿਨ ਉਪਾਈ ਰੰਗ ਰਵਾਈ ਬੈਠਾ ਵੇਖੈ ਵੱਖ ਇਕੇਲਾ। ਹੇ ਭਾਈ ਲਾਲੋ, ਤੂੰ ਵੀ ਇਸ ਅਟਲ ਨਿਯਮ ਨੂੰ ਉਚਾਰ ਚੇਤੇ ਰੱਖ ਕਿ ਜਿਸ ਮਾਲਕ ਪ੍ਰਭੂ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਸੇ ਨੇ ਇਸ ਨੂੰ ਮਾਇਆ ਦੇ ਮੋਹ ਵਿੱਚ ਪ੍ਰਵਿਰਤ ਕੀਤਾ ਹੋਇਆ ਹੈ। ਉਹ ਆਪ ਹੀ ਨਿਰਲੇਪ ਰਹਿ ਕੇ ਇਹਨਾਂ ਦੁਰਘਟਨਾਵਾਂ ਨੂੰ ਵੇਖ ਰਿਹਾ ਹੈ ਜੋ ਮਾਇਆ ਦੇ ਮੋਹ ਦੇ ਕਾਰਨ ਵਾਪਰਦੀਆਂ ਹਨ। ਸੱਚਾ ਸੋ ਸਾਹਿਬ ਸੱਚ ਤਪਾਵਸ ਸੱਚੜਾ ਨਿਆਉ ਕਰੇਗ ਮਸੋਲਾ। ਉਹ ਮਾਲਕ ਪ੍ਰਭੂ ਅਟਲ ਨਿਯਮਾਂ ਵਾਲਾ ਹੈ, ਉਸ ਦਾ ਨਿਆਉ ਹੁਣ ਤੱਕ ਅਟਲ ਹੈ। ਉਹ ਅਗਾਂਹ ਨੂੰ ਵੀ ਅਟਲ ਨਿਯਮ ਵਰਤਾਏਗਾ, ਉਹੀ ਨਿਆਉ ਕਰੇਗਾ ਜੋ ਅਟਲ ਹੈ। ਕਾਇਆ ਕੱਪੜ ਟੁਕ ਟੁਕ ਹੋਸੀ, ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦ ਸਤਾਨ ਸੰਭਾਲਸੀ ਬੋਲਾ। ਉਸ ਅਟਲ ਨਿਯਮ ਅਨੁਸਾਰ ਹੀ ਇਸ ਵੇਲੇ ਸੈਦਪੁਰ ਵਿੱਚ ਹਰ ਪਾਸੇ ਮਨੁੱਖਾ ਸਰੀਰ ਰੂਪੀ ਕੱਪੜਾ ਟੋਟੇ ਟੋਟੇ ਹੋ ਰਿਹਾ ਹੈ। ਇਹ ਇੱਕ ਐਸੀ ਭਿਆਨਕ ਘਟਨਾ ਹੋਈ ਹੈ ਜਿਸ ਨੂੰ ਹਿੰਦੁਸਤਾਨ ਭੁਲਾ ਨਹੀਂ ਸਕੇਗਾ। ਆਮਨ 78 ਹੈ, ਜਾਨ 97, ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਇੱਥੇ ਕਈ ਵਾਰੀ ਭੁਲੇਖਾ ਲੱਗਦਾ ਰਿਹਾ ਪੁਰਾਣੇ ਸਮੇਂ ਵਿੱਚ ਵੀ। ਗੁਰੂ ਨਾਨਕ ਦੇਵ ਜੀ ਤੀਜੀ ਉਦਾਸੀ ਸਮੇਂ ਸਨ 1518 ਵਿੱਚ ਮੱਕੇ ਨੂੰ ਗਏ ਸਨ। ਉੱਥੋਂ ਈਰਾਨ ਦੇਸ਼ ਦੇ ਅਫਗਾਨਿਸਤਾਨ ਦੇਸ਼ ਦੇ ਹਾਜੀਆਂ ਦੇ ਨਾਲ ਮਿਲ ਕੇ ਬਗਦਾਦ ਤੇ ਕਾਬਲ ਦੇ ਰਸਤੇ ਵਾਪਸ ਆ ਕੇ ਐਮਨਾਬਾਦ ਸਨ 1521 ਵਿੱਚ ਉਸ ਵੇਲੇ ਪਹੁੰਚੇ ਸਨ, ਜਦੋਂ ਬਾਬਰ ਸ਼ਹਿਰ ਸਿਆਲਕੋਟ ਨੂੰ ਮਾਰ ਕੇ ਇੱਥੇ ਪਹੁੰਚਿਆ ਸੀ। ਤੇ ਇੱਥੇ ਮਹਾਰਾਜ ਜ਼ਿਕਰ ਕਰਦੇ ਨੇ 97 ਦਾ ਭਾਵ ਆ 1597 ਵਿੱਚ ਸਨ 1540 ਦੇ ਵਿੱਚ, ਸੰਮਤ 1597 ਤੇ ਸਨ 1547, ਕਿਉਂਕਿ ਇਹਨਾਂ ਦੋਨਾਂ ਦੇ ਵਿੱਚ 57 ਸਾਲਾਂ ਦਾ ਫਰਕ ਹੁੰਦਾ ਵਾ। ਤੇ ਉੱਠ ਸੀ ਉੱਠੇਗਾ ਤਾਕਤ ਫੜੇਗਾ, ਮਰਦ ਕਾ ਚੇਲਾ ਇੱਥੇ ਕਿਹਾ ਸੂਰਮਾ। ਸ਼ੇਰ ਸ਼ਾਹ ਸੂਰੀ ਨੇ ਬਾਬਰ ਦੇ ਪੁੱਤਰ ਹਿਮਾਯੂ ਨੂੰ ਹਿੰਦੁਸਤਾਨ ਵਿੱਚੋਂ ਮਾਰ ਭਜਾਇਆ ਤੇ ਆਪ ਸਨ 1540 ਵਿੱਚ ਇੱਥੋਂ ਦਾ ਰਾਜ ਸਾਂਭਿਆ ਸੀ। ਗੁਰੂ ਸਾਹਿਬ ਜੀ ਮਹਾਰਾਜ ਨੇ ਸਿੱਧਾ 97 ਲਿਖ ਦਿੱਤਾ। ਜਿਵੇਂ ਪੁਰਾਣੇ ਸਮੇਂ ਵਿੱਚ ਜਦੋਂ ਸਨ 1900 ਚੱਲਦੀ ਸੀ, ਉਦੋਂ ਆਪਾਂ ਕਈ ਵਾਰੀ 1997 ਨਹੀਂ ਸੀ ਕਹਿੰਦੇ, ਸਿੱਧੀ 97 ਕਹਿ ਦਿੰਦੇ ਸਾਂ, 96 ਕਹਿ ਦਿੰਦੇ ਸਾਂ। ਇਸੇ ਤਰ੍ਹਾਂ ਹੁਣ ਸਨ 2000 ਚੱਲ ਪਈ ਆ ਤੇ 2000 ਫਿਰ 1 2 ਹੁਣ ਆਪਾਂ 21 ਕਹਿਣ ਲੱਗ ਪਏ ਆ। ਤਰੀਕ ਵੀ ਪਾਉਣੀ ਹੋਵੇ ਕਈ ਵਾਰੀ ਆਪਾਂ, ਤੇ ਜਿਵੇਂ ਅੱਜ 2 ਫਰਵਰੀ ਆ, ਅੱਜ ਕਿੰਨੀ ਤਰੀਕ ਹੈ? 2 ਫਰਵਰੀ, ਤੇ ਆਪਾਂ ਅੱਜ ਐਵੇਂ ਲਿਖ ਦਿੰਦੇ ਆ 2/2/21। ਉਦੋਂ ਵੀ ਮਹਾਰਾਜ ਜੀ ਨੇ ਇਸ ਤਰ੍ਹਾਂ ਹੀ ਸ਼ਾਰਟ ਵਿੱਚ ਇਹਨੂੰ ਸਿੱਧਾ 97 ਲਿਖ ਦਿੱਤਾ, ਜਿਹਦਾ ਅਰਥ ਹੈਗਾ ਸੀ 1597 ਸੰਮਤ ਦਾ। ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਵੀ ਬਾਬਰ ਨੇ ਇੰਨਾ ਜ਼ਿਆਦਾ ਜ਼ੁਲਮ ਕੀਤਾ ਵਾ, ਇਹ ਬਾਬਰ ਇੱਥੇ ਸਦਾ ਵਾਸਤੇ ਨਹੀਂ ਰਹੇਗਾ। ਤੇ ਇਹਦੇ ਕੋਲੋਂ ਫਿਰ ਜਿਹੜਾ ਮਰਦ ਦਾ ਚੇਲਾ ਵਾ ਸ਼ੇਰ ਸ਼ਾਹ ਸੂਰੀ, ਆਮਨ 78 ਹੈ, ਜਾਨ 97, ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਜਿਹੜਾ ਸ਼ੇਰ ਸ਼ਾਹ ਸੂਰੀ ਸੀ, ਇਹਨੂੰ ਕਨੌਜ ਦੇ ਮੈਦਾਨ ਦੇ ਵਿੱਚ ਹਿਮਾਯੂ ਬਾਦਸ਼ਾਹ ਨੂੰ ਇਹਨੇ ਸ਼ੇਰ ਸ਼ਾਹ ਸੂਰੀ ਨੇ ਹਰਾ ਦਿੱਤਾ ਸੀ। ਤੇ ਹਿਮਾਯੂ ਬਾਦਸ਼ਾਹ ਫਿਰ ਖਡੂਰ ਸਾਹਿਬ ਆਇਆ ਸੀ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦੇ ਕੋਲ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਜੀਵ ਮਾਇਆ ਦੇ ਰੰਗ ਵਿੱਚ ਮਸਤ ਹੋ ਕੇ ਉਮਰ ਅਜਾਈਂ ਗਵਾ ਰਹੇ ਹਨ। ਨਾਨਕ ਤਾਂ ਇਸ ਵੇਲੇ ਵੀ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ। ਸਾਰੀ ਉਮਰ ਹੀ ਇਹ ਸਿਫਤ ਸਲਾਹ ਕਰਦਾ ਰਹੇਗਾ, ਕਿਉਂਕਿ ਇਹ ਮਨੁੱਖਾ ਜਨਮ ਦਾ ਸਮਾਂ ਸਿਫਤ ਸਲਾਹ ਵਾਸਤੇ ਹੀ ਮਿਲਿਆ ਹੈ। ਕਹਿਣ ਦਾ ਭਾਵ ਇਹ ਆ ਵੀ ਇੱਥੇ ਹਿੰਦੁਸਤਾਨ ਦੇ ਉੱਤੇ ਬਾਬਰ ਵਰਗੇ ਵੱਡੇ ਵੱਡੇ ਬਾਦਸ਼ਾਹ ਆਏ ਨੇ,
ਇਵੇਂ ਦੇ 3 ਸ਼ਬਦ ਹੋਰ ਨੇ ਗੁਰੂ ਗ੍ਰੰਥ ਸਾਹਿਬ ਵਿੱਚ। ਉਹਨੇ ਕਿਹੜੇ ਕਿਹੜੇ ਜ਼ੁਲਮ ਕੀਤੇ, ਕਿਵੇਂ ਕਿਵੇਂ ਕੀਤੇ, ਸੈਦਪੁਰ ਦੀ ਕੀ ਹਾਲਤ ਕਰ ਦਿੱਤੀ, ਕਿੰਨਾ ਅਤਿਆਚਾਰ ਤੇ ਤਸ਼ੱਦਦ ਕੀਤਾ। ਇਹਨਾਂ ਸ਼ਬਦਾਂ ਦੀ ਕਾਫੀ ਡਿਟੇਲ 'ਚ ਵਿਆਖਿਆ ਕਰਕੇ ਮੈਂ YouTube ਦੇ ਉੱਤੇ ਅਪਲੋਡ ਕੀਤੀ ਆ। ਕਿਸੇ ਨੇ ਸੁਣਨੀ ਹੋਵੇ ਉਹ ਤੁਸੀਂ ਡਿਟੇਲ 'ਚ ਸੁਣ ਸਕਦੇ ਹੋ। ਇਸ ਸ਼ਬਦ ਦੀ ਜਿਵੇਂ 1.5-2 ਘੰਟੇ ਵਿਆਖਿਆ ਕੀਤੀ ਆ ਵੀ ਹੋਰ ਰੀਅਲ ਦੇ 'ਚ ਉੱਥੇ ਕੀ ਕੁਝ ਹੋਇਆ ਸੀ। ਇਹੀ ਹਾਲਾਤ ਅੱਜ ਕੱਲ੍ਹ ਸਮੇਂ ਦੀ ਸਰਕਾਰ ਨੇ ਕੀਤੇ ਹੋਏ ਨੇ ਅਤੇ ਗਰੀਬ ਲੋਕਾਂ ਨੂੰ ਮਾਰਿਆ ਕੁੱਟਿਆ ਜਾ ਰਿਹਾ ਵਾ, ਉਹਨਾਂ ਦਾ ਖੂਨ ਨਿਚੋੜਿਆ ਜਾ ਰਿਹਾ, ਉਹਨਾਂ ਕੋਲੋਂ ਜ਼ਬਰਦਸਤੀ ਦਾਨ ਲਿਆ ਜਾ ਰਿਹਾ ਵਾ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾ ਲਓ, ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾ। ਲੋਕਾਂ ਕੋਲੋਂ ਜ਼ਬਰਦਸਤੀ ਦਾਨ ਟੈਕਸ ਦੇ ਰੂਪ ਵਿੱਚ ਪੁਰਾਣੇ ਸਮੇਂ 'ਚ ਮੁਸਲਮਾਨ ਲੋਕ ਜਿੱਦਾਂ ਮਸੂਲ ਲਾਉਂਦੇ ਹੁੰਦੇ ਸੀ, ਇਸੇ ਤਰ੍ਹਾਂ ਹੁਣ ਸਮੇਂ ਦੀ ਸਰਕਾਰ ਨੇ ਸਾਡੇ ਉੱਤੇ ਕਈ ਤਰ੍ਹਾਂ ਦੇ ਟੈਕਸ ਲਾਏ ਹੋਏ ਨੇ। ਜਿਵੇਂ ਗਊ ਸੈਸ ਲਾਇਆ ਹੋਇਆ, ਗਊ ਦਾ ਟੈਕਸ ਸਾਡੇ ਉੱਤੇ ਲਾਇਆ ਹੋਇਆ, ਅਤੇ ਗਊਆਂ ਤਾਂ ਵੀ ਨਹੀਂ ਸਾਂਭੀਆਂ ਜਾਂਦੀਆਂ। ਉਹ ਲੋਕਾਂ ਦੇ ਖੇਤਾਂ ਵਿੱਚ ਇਸ ਤਰ੍ਹਾਂ ਉਹਨਾਂ ਖੇਤਾਂ ਨੂੰ ਉਜਾੜਦੀਆਂ ਫਿਰਦੀਆਂ। ਨਵੇਂ ਬਜਟ ਦੇ ਵਿੱਚ ਸਾਰੇ ਇੰਡੀਆ ਦੇ ਉੱਤੇ ਇੱਕ ਕਿਸਾਨੀ ਟੈਕਸ ਲਾਇਆ ਜਾ ਰਿਹਾ ਵਾ ਕਿਸਾਨਾਂ ਦੀ ਮਦਦ ਵਾਸਤੇ। ਕਿਸਾਨਾਂ ਦੀ ਮਦਦ ਕਿਹਨੇ ਕਰਨੀ ਆ? ਬਸ ਬਹਾਨਿਆਂ ਦੇ ਨਾਲ ਪੈਸੇ ਇਕੱਠੇ ਕਰਕੇ ਇਹਨਾਂ ਲੋਕਾਂ ਨੇ ਆਪ ਹੀ ਜ਼ਬਰਦਸਤੀ ਜਿਹੜੇ ਉਹ ਖਾਈ ਜਾਣੇ ਹੁੰਦੇ ਨੇ। ਉਹ ਡੀਜ਼ਲ ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਕਰ ਦੇਣਗੇ, ਤੁਸੀਂ ਜਾਣਦੇ ਹੋ, ਅਤੇ ਨਾਮ ਲਾਉਣਗੇ ਕਿਸਾਨਾਂ ਦਾ ਵੀ ਕਿਸਾਨਾਂ ਦੀ ਮਦਦ ਕਰਨੀ ਆ। ਤੋ ਇਸ ਤਰ੍ਹਾਂ ਅਨੇਕਾਂ ਹੀ ਬਾਬਰ ਹਿੰਦੁਸਤਾਨ ਦੇ ਉੱਤੇ ਆਉਂਦੇ ਰਹੇ, ਉਹਨਾਂ ਨੂੰ ਲੁੱਟਦੇ ਮਾਰਦੇ ਰਹੇ। ਹੁਣ ਉਹਨਾਂ ਕਿਸਾਨਾਂ ਉੱਤੇ ਫਿਰ ਜ਼ੁਲਮ ਕਰਨ ਦੇ ਵਾਸਤੇ ਸੜਕ ਦੇ ਵਿੱਚ ਪੱਕੇ ਹੀ ਉੱਥੇ ਜਿਹੜੇ ਉਹ ਸੂਏ ਗੱਡ ਕੇ ਅਤੇ ਪੱਕੇ ਸੀਮੈਂਟ ਨਾਲ ਬੰਦ ਕਰ ਦਿੱਤੇ ਗਏ ਆ, ਬੈਰੀਗੇਡ ਪੱਕੇ ਕਰ ਦਿੱਤੇ ਗਏ ਆ, ਅਤੇ ਸਿਪਾਹੀਆਂ ਦੇ ਕੋਲ ਹੁਣ ਜਿਹੜੀਆਂ ਨਾ ਲੋਹੇ ਦੀਆਂ ਪਾਈਪਾਂ ਵਾਲੀਆਂ ਉਹਨਾਂ ਨੂੰ ਡਾਂਗਾਂ ਦਿੱਤੀਆਂ ਗਈਆਂ ਨੇ। ਇੱਕ ਪਾਸੇ ਜਿਹੜੇ ਕਿਸਾਨ ਆ ਉਹ ਸ਼ਾਂਤ ਰਹਿ ਕੇ ਜਿਹੜਾ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਨੇ। ਤੋ ਇਹ ਹਿੰਦੁਸਤਾਨ ਦੇਸ਼ ਐਸਾ, ਇੱਥੇ ਸਮੇਂ ਸਮੇਂ 'ਤੇ ਬਾਬਰ ਜਾਬਰ ਜਰਮਾਨੇ ਇਤਿਆਦਿਕ ਆਏ ਨੇ, ਅਤੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਉਹਨਾਂ ਦਾ ਨਾਸ਼ ਵੀ ਕਰ ਦਿੰਦੇ ਰਹੇ ਹਨ। ਜਦੋਂ ਕੋਈ ਇੰਨੀ ਜ਼ਿਆਦਾ ਹੱਥ ਚੁੱਕ ਲਵੇ ਉਹਦਾ ਫਿਰ ਨਾਸ਼ ਵੀ ਹੋ ਜਾਂਦਾ। ਇਹੀ ਸਾਡੀ ਗੁਰੂ ਚਰਨਾਂ ਦੇ ਵਿੱਚ ਅਰਦਾਸ ਹੈ। ਅੱਜ ਦੇ ਵਕਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ